ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਧੰਨ ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਵਿਟੋਂ ਬਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਬਣ ਜਾ ਰਿਆ। ਸਤਿਗੁਰੂ ਹੈ ਬੋਹਿਤਾ, ਬਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਜਿਉਂ ਬੁਲਾਵੇਂ ਤਿਉਂ ਬੋਲੇ, ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਜੁਗੋ ਜੁਗ ਅਟਲ ਸ਼ਬਦ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਇਮਾਨ ਹੋ ਰਹੀ ਇਸ ਪਾਵਨ ਅਸਥਾਨ, ਜਿੱਥੇ ਗੁਰੂ ਕੇ ਲਾਲਾ ਨੇ ਆਪਣੀ ਸ਼ਹਾਦਤ ਦਿੱਤੀ ਔਰ ਜਿਨ੍ਹਾਂ ਨੇ ਉਸ ਸ਼ਹਾਦਤ ਤੋਂ ਬਾਅਦ ਸੇਵਾ ਵਿੱਚ ਹਾਜ਼ਰ ਹੋਏ, ਆਪਣੀ ਜਾਨ ਤੱਕ ਦੀ ਕੁਰਬਾਨੀ ਦੇਣ ਵਾਸਤੇ ਦੀਵਾਨ ਟੋਡਰਮਲ ਜੀ ਦੇ ਇਸ ਅਸਥਾਨ ਦੇ ਉੱਤੇ ਅੱਜ ਅਸੀਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਲਗੀਧਰ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਔਰ ਇਸ ਸੰਬੰਧ ਵਿੱਚ ਆਪ ਜੀ ਨੇ ਮੇਰੇ ਤੋਂ ਪਹਿਲਾਂ ਗੁਰੂ ਪਿਆਰੇ ਸਨਮਾਨਯੋਗ ਭਾਈ ਸਤਿੰਦਰਵੀਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਤੋਂ ਉਪਰੰਤ ਸਾਨੂੰ ਕੁਝ ਮਿੰਟਾਂ ਲਈ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦਾ ਪਵਿੱਤਰ ਸਮਾਂ ਪ੍ਰਾਪਤ ਹੋ ਰਿਹਾ ਹੈ। ਇਕਾਗਰਤਾ ਵਿੱਚ ਆਓ, ਆਪਣਾ ਧਿਆਨ ਗੁਰੂ ਚਰਨਾਂ ਨਾਲ ਜੋੜਦੇ ਹੋਏ ਫਤਿਹ ਸਾਂਝੀ ਕਰੋ। ਕੋਈ ਰਸਨਾ ਖਾਲੀ ਨਾ ਰਹਿ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ 17 ਨਵੰਬਰ 1696 ਨੂੰ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਹੋਇਆ ਔਰ ਜਨਮ ਦੇਣ ਤੋਂ ਬਾਅਦ ਜਦੋਂ ਚੌਥੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਹੈ, ਮਾਤਾ ਅਜੀਤ ਕੌਰ ਜੀ ਜਦੋਂ ਬਾਬਾ ਫਤਿਹ ਸਿੰਘ ਜੀ 2 ਸਾਲ ਦੇ ਸਨ, ਉਸ ਵੇਲੇ ਚਲਾਣਾ ਕਰ ਗਏ ਤੇ ਇਹਨਾਂ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੇ ਔਰ ਮਾਤਾ ਸੁੰਦਰ ਕੌਰ ਜੀ ਨੇ ਨਿਭਾਈ। ਜਦੋਂ ਮਾਤਾ ਜੀ ਚਲਾਣਾ ਕਰ ਗਏ, ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਕੇਵਲ 4 ਸਾਲ ਸੀ। ਜਨਮ ਆਮ ਮਨੁੱਖ ਦਾ ਵੀ ਹੁੰਦਾ ਹੈ ਤੇ ਗੁਰੂ ਪਿਆਰੇ ਰੱਬੀ ਪਿਆਰਿਆਂ ਦਾ ਵੀ ਹੁੰਦਾ ਹੈ। ਜਦੋਂ ਆਮ ਮਨੁੱਖ ਸੰਸਾਰ ਵਿੱਚ ਪੈਦਾ ਹੁੰਦਾ ਹੈ ਤੇ ਉਹਦਾ ਸੰਬੰਧ, ਉਹਦਾ ਆਰੰਭ ਜਿਹੜਾ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ ਤੋਂ ਹੁੰਦਾ ਹੈ। ਕਿ ਸਭ ਤੋਂ ਪਹਿਲਾਂ ਆਪਣੇ ਮਾਤਾ ਦੇ ਥਣਾਂ ਦੀ ਖੁਰਾਕ ਔਰ ਉਸ ਤੋਂ ਬਾਅਦ ਮਾਂ ਬਾਪ ਬਾਰੇ ਸੋਝੀ। ਲੇਕਿਨ ਜਦੋਂ ਰੱਬੀ ਪਿਆਰ ਵਿੱਚ ਚੱਲਣ ਵਾਲੇ ਲੋਕ ਪੈਦਾ ਹੁੰਦੇ ਨੇ, ਉਹਨਾਂ ਦੇ ਜੀਵਨ ਦੀ ਆਰੰਭਤਾ ਜਿਹੜੀ ਹੈ, ਗੁਰੂ ਨਾਨਕ ਸਾਹਿਬ ਜੀ ਜਦੋਂ ਸਿੱਧਾ ਨਾਲ ਗੋਸ਼ਟੀ ਕਰਦੇ ਨੇ, ਸਿੱਧਾ ਨੇ ਬਹੁਤ ਸਾਰੇ ਸਵਾਲ ਕੀਤੇ ਨੇ ਸਤਿਗੁਰੂ ਜੀ ਨੂੰ।
ਉਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਹੈ, ਕਿਤਵਿਦ ਪੁਰਖਾ ਜਨਮ ਬਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਕਿਤਵਿਦ ਆਸਾ ਮਨਸਾ ਖਾਈ, ਕਿਤਵਿਦ ਜੋਤ ਨਿਰੰਤਰ ਪਾਈ। ਬਿਨ ਦੰਤਾਂ ਕਿਉ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਸੱਚੇ ਪਾਤਸ਼ਾਹ ਜੀ, ਤੁਹਾਨੂੰ ਜੋ ਜੀਵਨ ਪ੍ਰਾਪਤ ਹੋਇਆ, ਜੋ ਐਡਾ ਵਡਮੁੱਲਾ ਜੀਵਨ ਹੈ, ਆਪ ਰੱਬ ਦਾ ਰੂਪ ਹੋ, ਇਹ ਕਿਵੇਂ ਪ੍ਰਾਪਤ ਹੋਇਆ? ਤੇ ਸਤਿਗੁਰੂ ਜੀ ਨੇ ਬਹੁਤ ਸਹਿਜ ਦੇ ਵਿੱਚ ਫਿਰ ਉਹਦਾ ਜਵਾਬ ਦਿੱਤਾ ਹੈ। ਜੋ ਉਹਨਾਂ ਨੇ ਪ੍ਰਸ਼ਨ ਕੀਤਾ ਸੀ, ਕਿਤਵਿਦ ਪੁਰਖਾ ਜਨਮ ਬਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਕਿਤਵਿਦ ਆਸਾ ਮਨਸਾ ਖਾਈ, ਕਿਤਵਿਦ ਜੋਤ ਨਿਰੰਤਰ ਪਾਈ। ਸਤਿਗੁਰੂ ਫਰਮਾਨ ਕਰਦੇ ਨੇ, ਕਹਿੰਦੇ ਸਤਿਗੁਰ ਕੇ ਜਨਮੈ ਗਵਨ ਮਿਟਾਇਆ, ਅਨਹਤ ਰਾਤੇ ਇਹ ਮਨ ਲਾਇਆ। ਆਸਾ ਮਨਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਇਹ ਰੱਬੀ ਪਿਆਰ ਵਾਲਾ ਜੀਵਨ ਜਿਹੜਾ ਪ੍ਰਾਪਤ ਹੋਇਆ ਹੈ, ਇਹ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੋਇਆ। ਔਰ ਸਤਿਗੁਰੂ ਦੇ ਘਰ ਵਿੱਚ ਜਦੋਂ ਜਨਮ ਪ੍ਰਾਪਤ ਹੁੰਦਾ ਹੈ, ਜਿਵੇਂ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਪਿਆਰ ਵਿੱਚ ਕਈ ਅੱਖਾਂ ਦਾ ਤਾਰਾ ਕਹਿੰਦੇ ਨੇ, ਜਿਗਰ ਦਾ ਟੋਟਾ ਕਹਿੰਦੇ ਨੇ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਏ, ਸੇਵਾ ਨਿਭਾਈ, ਉਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਪ੍ਰਕਾਸ਼ ਕੀਤਾ ਤੇ ਉਸ ਦਾ ਸਦਕਾ ਭਾਈ ਗੁਰਦਾਸ ਸਾਹਿਬ ਜੀ ਵਰਗੀ ਸ਼ਖਸੀਅਤ ਨੇ ਅੰਕਿਤ ਕੀਤਾ ਹੈ ਕਿ ਬਾਬਾ ਨੇ ਘਰ ਚਾਨਣ ਲੈਣਾ, ਕਿ ਬਾਬਾ ਜੀ ਦੇ ਘਰ ਵਿੱਚ ਭਾਈ ਲਹਿਣਾ ਜੀ ਜਿਹੜੇ ਨੇ ਅੱਜ ਚਾਨਣ ਮੀਨਾਰ ਬਣ ਚੁੱਕੇ ਨੇ, ਦੂਜਿਆਂ ਲਈ ਰਸਤਾ ਦੇਣ ਵਾਲੇ ਬਣ ਚੁੱਕੇ ਨੇ। ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਆਉਂਦੇ ਨੇ, 11 ਸਾਲ ਸੇਵਾ ਨਿਭਾਉਂਦੇ ਨੇ। 11 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਉਹ ਰੁਤਬਾ ਪ੍ਰਾਪਤ ਹੁੰਦਾ ਜਿਹਦੀ ਭੱਟਾਂ ਨੇ ਗੱਲ ਕੀਤੀ ਹੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੱਤੇ ਬਲਵੰਡ ਜੀ ਨੇ ਉਹ ਇਤਿਹਾਸਕ ਤੱਤ ਸਾਡੇ ਸਾਹਮਣੇ ਰੱਖਿਆ ਹੈ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜਿਵੇਹਾ ਪੋਤਾ ਪ੍ਰਵਾਨ। ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ 25 ਸਾਲ ਵੱਡੇ ਨੇ, ਲੇਕਿਨ ਰਿਸ਼ਤੇ ਵਿੱਚ ਪੁੱਤਰ ਦਾ ਰਿਸ਼ਤਾ ਹੈ। 25 ਸਾਲ ਵੱਡੇ ਹੋਣ ਦੇ ਬਾਵਜੂਦ ਵੀ ਸਤਿਗੁਰੂ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ, ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਕੇਵਲ 10 ਸਾਲ ਛੋਟੇ ਨੇ, 1469 ਤੇ 1479। ਤੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ, ਲੇਕਿਨ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇੱਕ ਪੋਤੇ ਦੇ ਰੂਪ ਵਿੱਚ ਸੱਤੇ ਬਲਵੰਡ ਜੀ ਨੇ ਅੰਕਿਤ ਕੀਤਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜਿਵੇਹਾ ਪੋਤਾ ਪ੍ਰਵਾਨ। ਕਿ ਹੁਣ ਜਿਹੜਾ ਜਨਮ ਪ੍ਰਾਪਤ ਹੋਇਆ ਹੈ, ਇੱਕ ਜਨਮ ਪਹਿਲਾਂ ਪ੍ਰਾਪਤ ਹੋਇਆ, ਲੇਕਿਨ ਇੱਕ ਜਨਮ ਅੱਜ ਸਤਿਗੁਰੂ ਦੇ ਘਰ ਵਿੱਚ ਪ੍ਰਾਪਤ ਹੋਇਆ ਹੈ। ਤੇ ਇਹ ਪੋਤਰਾ ਵੀ ਉਸੇ ਤਰ੍ਹਾਂ ਪ੍ਰਵਾਨ ਹੋਇਆ ਜਿਵੇਂ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਪ੍ਰਵਾਨ ਹੋਏ। ਚੌਥੇ ਪਾਤਸ਼ਾਹ ਜੀ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ 55 ਸਾਲ ਛੋਟੇ ਹੈ, ਇੰਜ ਆਖ ਲਈਏ ਕਿ ਜਿਵੇਂ ਪੜਪੋਤਿਆਂ ਦੀ ਥਾਂ ਦੇ ਉੱਤੇ ਲੱਗਦੇ ਹੋਣ। 55 ਸਾਲ ਦਾ ਫਰਕ ਕੋਈ ਛੋਟਾ ਫਰਕ ਨਹੀਂ ਹੈ, ਲੇਕਿਨ ਜੋ ਘਾਲਣਾ ਦੁਨੀਆਦਾਰੀ ਨੂੰ ਪਾਸੇ ਰੱਖ ਕੇ ਭਾਈ ਜੇਠਾ ਜੀ ਨੇ ਨਿਭਾਈ, ਅੱਜ ਉਸ ਦਾ ਸਦਕਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਾਧਾਰਿਆ। ਜਿੱਥੇ ਇੱਕ ਆਮ ਮਨੁੱਖ ਦੀ ਆਰੰਭਤਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੋਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਇਹਨਾਂ ਗੱਲਾਂ ਵਿੱਚ ਹੁੰਦੀ ਹੈ। ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਵਾਰੀ ਆਈ, ਗੁਰੂ ਅਰਜਨ ਸਾਹਿਬ ਜੀ ਉਹ ਸ਼ਖਸੀਅਤ ਨੇ ਗੁਰੂ ਜੋਤ ਦੇ ਵਿੱਚ ਜਿਨ੍ਹਾਂ ਨੂੰ ਜਨਮ ਜਿਹੜਾ ਗੁਰਮਤਿ ਦੇ ਮਾਹੌਲ ਵਿੱਚ ਪ੍ਰਾਪਤ ਹੋਇਆ। ਮੈਂ ਬੇਨਤੀ ਕਰਦੇ ਹਾਂ, ਜਿਸ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ, ਉਸ ਘਰ ਵਿੱਚ ਗੁਰਮਤਿ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਗੁਰਮਤਿ ਦਾ ਫੈਲਾਅ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਉੱਥੇ ਵੈਦਾਂਤ ਦੇ ਅਨੁਸਾਰ ਸਾਰੀਆਂ ਗੱਲਾਂ ਨੂੰ ਨਿਭਾਇਆ ਜਾ ਰਿਹਾ ਹੈ।
ਇਸੇ ਕਰਕੇ ਜਨੇਊ ਪਾਉਣ ਦੀ ਰਸਮ, ਪੱਤਰੀ ਬਣਾਉਣ ਦੀ ਰਸਮ, ਸਾਰਾ ਕੁਝ ਕੀਤਾ ਜਾ ਰਿਹਾ ਜੋ ਕੁਝ ਉਹ ਲੋਕ ਕਰਦੇ ਨੇ। ਜਿਸ ਘਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਨਮ ਹੁੰਦਾ ਹੈ, ਉੱਥੇ ਵੈਸ਼ਨੋ ਦੇਵੀ ਦੀ ਪੂਜਾ ਹੈ, ਜਗਰਾਤੇ ਨੇ, ਜੋਤਾਂ ਬਾਲਣੀਆਂ, ਛੈਣੇ ਲੈ ਕੇ ਭਜਨ ਗਾਣ ਦੀ ਗੱਲ। ਜਿਸ ਘਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਹੋਇਆ, ਉੱਥੇ ਤੀਰਥ ਯਾਤਰਾਵਾਂ, ਪੁੰਨਦਾਨ, ਅਨੇਕਾਂ ਤਰ੍ਹਾਂ ਦੇ ਕਰਮਕਾਂਡ ਜ਼ਿੰਦਗੀ ਦੇ 62 ਸਾਲ ਤੱਕ ਕਰਦੇ ਰਹੇ। ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ, ਉੱਥੇ ਗੁਰਮਤਿ ਦਾ ਪ੍ਰਕਾਸ਼ ਬਾਅਦ ਵਿੱਚ। ਲੇਕਿਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ ਪ੍ਰਕਾਸ਼ ਜਦੋਂ ਹੋ ਰਿਹਾ ਹੈ, ਉੱਥੇ ਨਾਨਾ ਗੁਰੂ ਜੀ, ਮਾਂ ਸਿੱਖ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਪਰਮੇਸ਼ਰ ਦਾ ਰੂਪ ਨੇ। ਇਸੇ ਕਰਕੇ ਭੱਟ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੇ ਜੀਵਨ ਦੀ ਆਰੰਭਤਾ ਹੋ ਰਹੀ ਹੈ, ਉਹ ਇੱਕ ਆਮ ਮਨੁੱਖ ਵਰਗੀ ਨਹੀਂ ਹੋ ਰਹੀ। ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਆਪਣੇ ਜੀਵਨ ਦੇ ਵਿੱਚ ਜਨਮ ਤੋਂ ਹੀ ਗੁਰਮਤਿ ਦੀ ਰਾਹੀਂ ਬ੍ਰਹਮ ਦੀ ਪਛਾਣ ਕੀਤੀ। ਔਰ ਇਸ ਖੇਤਰ ਵਿੱਚ ਉਹੀ ਮਨੁੱਖ ਸਫਲ ਹੁੰਦਾ ਹੈ, ਪ੍ਰਵਾਨ ਹੁੰਦਾ ਹੈ, ਜਿਹਨੇ ਗੁਰਮਤਿ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਬ੍ਰਹਮ ਦੀ ਪਛਾਣ ਕੀਤੀ ਹੈ। ਕੋਈ ਬਾਈ ਬਰਥ ਜਾਤ ਦੀ ਗੱਲ ਨਹੀਂ ਕੀਤੀ ਗਈ। ਜਨਮ ਆਮ ਮਨੁੱਖ ਵਾਂਗੂ ਹੀ ਹੁੰਦਾ ਹੈ, ਲੇਕਿਨ ਆਮ ਮਨੁੱਖ ਦੀ ਕਰਨੀ ਤੇ ਉਹਨਾਂ ਦੀ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੈ। ਇਸ ਕਰਕੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਕਿਰਪਾਲਤਾ ਕੀਤੀ ਹੈ ਕਿ ਜੀਵਨ ਦੇ ਵਿੱਚ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਅਸੀਂ ਜਦੋਂ ਅਰਦਾਸ ਕਰਦੇ ਹਾਂ, ਉਸ ਅਰਦਾਸ ਦੇ ਵਿੱਚ ਸਭ ਤੋਂ ਪਹਿਲਾਂ ਦਸਾਂ ਪਾਤਸ਼ਾਹਾਂ ਨੂੰ ਚੇਤੇ ਕਰਦੇ ਹਾਂ। ਇਸ ਕਰਕੇ ਚੇਤੇ ਕਰਦੇ ਹਾਂ ਕਿਉਂਕਿ ਉਹਨਾਂ ਦੀ ਵਾਕਫੀਅਤ ਹੈ ਰੱਬ ਦੇ ਨਾਲ। ਜਦੋਂ ਅਸੀਂ ਕਿਸੇ ਨੂੰ ਵੱਡੇ ਪੁਰਖ ਨੂੰ ਮਿਲਣਾ ਹੋਵੇ ਨਾ, ਅਸੀਂ ਕੋਈ ਸ਼ਖਸੀਅਤ ਲੱਭਦੇ ਹਾਂ ਜਿਹੜਾ ਸਾਡਾ ਰਾਬਤਾ ਕਾਇਮ ਕਰੇ, ਉਹਦੇ ਨਾਲ ਵਿਚੋਲਗਿਰੀ ਕਰੇ। ਕਿਉਂਕਿ ਸਤਿਗੁਰੂ ਸਾਹਿਬਾਨ ਰੱਬ ਦੇ ਨਾਲ ਮਿਲ ਚੁੱਕੇ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਇਸ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਅਸੀਂ ਕਈ ਵਾਰੀ ਪਾਠ ਕਰਨ ਨੂੰ ਬਹੁਤ ਨੀਵਾਂ ਜਿਹਾ ਕੰਮ ਸਮਝਦੇ ਹਾਂ, ਛੋਟਾ ਕੰਮ ਸਮਝਦੇ ਹਾਂ। ਔਰ ਮੈਂ ਬੇਨਤੀ ਕਰਦਾ ਹੁੰਦਾ, ਕਈ ਵਾਰੀ ਕਲਾਸ ਵਿੱਚ ਵੀ ਬੱਚਿਆਂ ਨਾਲ ਗੱਲ ਸਾਂਝੀ ਕਰਦਾ ਕਿ ਕਦੇ ਅਸੀਂ ਅਰਦਾਸ ਵਿੱਚ ਇਹ ਗੱਲ ਆਖ ਸਕਦੇ ਹਾਂ, ਕੀਰਤਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਥਾ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਹੜੇ ਸ਼ਬਦ ਵਰਤੇ ਜਾਂਦੇ ਨੇ, ਪੰਥ ਨੇ ਕੀ ਨਿਯਤ ਕੀਤਾ ਹੈ ਉੱਥੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ, ਕਿਉਂਕਿ ਕੀਰਤਨ ਵੀ ਪਾਠ ਤੋਂ ਹੋਣਾ ਹੈ, ਕਥਾ ਵੀ ਪਾਠ ਤੋਂ ਹੋਣੀ ਹੈ। ਜਦੋਂ ਸਾਨੂੰ ਪਾਠ ਦੀ ਸੋਝੀ ਹੋਏਗੀ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਕੀ ਕਹਿੰਦੀ ਹੈ, ਜਦੋਂ ਉਸ ਦੇ ਅਨੁਸਾਰ ਸਾਨੂੰ ਸਮਝ ਲੱਗੇ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਮਹਾਂਪੁਰਖਾਂ ਨੂੰ ਚੇਤੇ ਕਰਦੇ ਹਾਂ ਜਿਹੜੇ ਮਹਾਂਪੁਰਖ ਆਪਣੀ ਜ਼ਿੰਦਗੀ ਰੱਬ ਨੂੰ ਸਮਰਪਿਤ ਕਰ ਚੁੱਕੇ ਨੇ, ਜਿਹੜੇ ਆਪਣੇ ਆਪ ਨੂੰ ਪੰਥ ਤੋਂ ਕੁਰਬਾਨ ਕਰ ਚੁੱਕੇ ਨੇ, ਆਪਣਾ ਜੀਵਨ ਨਿਭਾ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਪੰਜਾਂ ਪਿਆਰਿਆਂ ਨੂੰ ਯਾਦ ਕਰਦੇ ਹਾਂ, ਜਿਹੜੇ ਪੰਜ ਪਿਆਰੇ ਜਿਨ੍ਹਾਂ ਨੇ ਗੁਰੂ ਕਾ ਹੁਕਮ ਮੰਨ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਨੇ ਸਿਰ ਦੀ ਮੰਗ ਕੀਤੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਉੱਠੇ ਔਰ ਆਪਣੀ ਕੁਰਬਾਨੀ ਦੇਣ ਵਾਸਤੇ, ਸਿਰ ਭੇਟ ਕਰਨ ਵਾਸਤੇ ਤਿਆਰ ਹੋ ਗਏ। ਇੱਕ ਸੰਕੇਤ ਹੈ ਕਿ ਜਿਹੜਾ ਖਾਲਸਾ ਪੰਥ ਹੋਏਗਾ, ਖਾਲਸਾ ਕੀ ਹੈ? ਉਹ ਦਇਆ ਦਾ ਧਾਰਨੀ, ਧਰਮ ਦਾ ਧਾਰਨੀ, ਹਿੰਮਤ ਦਾ ਧਾਰਨੀ, ਮੁਕਮਤਾਈ ਦ੍ਰਿੜਤਾ ਦੇ ਵਿੱਚ ਰਹਿਣ ਵਾਲਾ ਔਰ ਸਾਹਿਬੀ ਨਿਭਾਉਣ ਵਾਲਾ, ਨਾ ਕਿ ਇੱਕ ਮੰਗਤਾ ਹੋਵੇ ਬਲਕਿ ਦੂਜਿਆਂ ਨੂੰ ਵੰਡਣ ਵਾਲਾ ਹੋਵੇ। ਇੱਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਵਾਸਤੇ ਇੱਕ ਸੰਕੇਤ ਦਿੱਤੇ ਨੇ। ਜੇ ਪਹਿਲਾਂ ਜਨੇਊ ਦੀ ਗੱਲ ਕੀਤੀ, ਉੱਥੇ ਦਇਆ ਦੀ ਗੱਲ ਪਹਿਲਾਂ ਆਈ। ਜਦੋਂ ਪੰਥ ਸਾਜਣ ਦੀ ਗੱਲ ਕੀਤੀ ਗਈ, ਉੱਥੇ ਦਇਆ ਸਿੰਘ ਸਭ ਤੋਂ ਪਹਿਲਾਂ ਉੱਠੇ। ਦਇਆ, ਧਰਮ, ਹਿੰਮਤ, ਮੁਕਮਤਾਈ ਅਤੇ ਨਾਲ ਸਾਹਿਬੀ
ਇਹ ਇੱਕ ਸਾਡਾ ਸਰੂਪ ਹੈ ਖਾਲਸਾ ਪੰਥ ਦਾ, ਇਹ ਸਾਡੇ ਗੁਣ ਨੇ। ਔਰ ਜਦੋਂ ਪੰਜਾਂ ਪਿਆਰਿਆਂ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਉਸ ਵੇਲੇ ਫਿਰ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰਦੇ ਹਾਂ। ਉਹ ਕਿਉਂ ਯਾਦ ਕਰਦੇ ਹਾਂ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦੇ ਨੇ। ਇਹਨਾਂ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬਾਬਾ ਮੋਹਨ ਜੀ ਮੋਹਰੀ ਜੀ, ਫਿਰ ਅੱਗੇ ਬਾਬਾ ਪਿਰਥੀਆ ਜੀ, ਬਾਬਾ ਮਹਾਦੇਵ ਜੀ, ਇਹ ਸਾਰੇ ਸਾਹਿਬਜ਼ਾਦੇ ਨੇ। ਇਹਨਾਂ ਤੋਂ ਬਾਅਦ ਵੀ ਅੱਗੇ ਜਾ ਕੇ ਛੇਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਨੇ, ਔਰ ਉਸ ਤੋਂ ਬਾਅਦ ਅੱਗੇ ਜਾ ਕੇ ਰਾਮ ਰਾਏ ਜੀ ਨੇ। ਇਹ ਸਾਰੇ ਸਾਹਿਬਜ਼ਾਦੇ, ਲੇਕਿਨ ਜਿਸ ਲੈਵਲ ਦੇ ਉੱਤੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਗੱਲ ਹੈ ਕਿ ਉਸ ਲੈਵਲ ਦੇ ਉੱਤੇ ਇਹ ਨਹੀਂ ਪਹੁੰਚ ਸਕੇ, ਜਦ ਕਿ ਉਹ ਗੁਰੂ ਕੇ ਪੁੱਤਰ ਨੇ। ਮੈਂ ਤੁਹਾਡੇ ਨਾਲ ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਗੁਰਮਤ ਦੇ ਪ੍ਰਕਾਸ਼ ਕਰਨ ਵਾਲੇ, ਗੁਰਮਤ ਦੀ ਵਿਆਖਿਆ ਦੇਣ ਵਾਲੇ, ਗੁਰਮਤ ਨੂੰ ਲਿਖਣ ਵਾਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨ ਵਾਲੇ, ਸਭ ਤੋਂ ਪਹਿਲੀ ਧੰਨ ਸੋ ਕਾਗਦ ਕਲਮ ਧੰਨ, ਧੰਨ ਪਾਂਡਾ ਤਨ ਮਸ, ਧੰਨ ਲਿਖਾਰੀ ਨਾਨਕਾ ਜੀ ਨਾਮ ਲਿਖਾਇਆ ਸੱਚ, ਉਹ ਸ਼ਖਸੀਅਤ ਜਿਨ੍ਹਾਂ ਨੇ 12 ਦੇ ਰੂਪ ਵਿੱਚ ਜਿੱਥੇ ਗੁਰਮਤ ਦੀ ਵਿਆਖਿਆ ਦਿੱਤੀ, ਗੁਰਮਤ ਸਿਧਾਂਤ ਦਿੱਤੇ, ਉੱਤੇ ਇਤਿਹਾਸ ਨੂੰ ਸੰਭਾਲਿਆ। ਹੁਣ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਕੇ ਹਟੇ ਹਾਂ। ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਇਤਿਹਾਸ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਹੋਰ ਬਹੁਤ ਸਾਰਾ ਇਤਿਹਾਸ ਉਹਨਾਂ ਨੇ ਗੁਰੂ ਨਾਨਕ ਦੇ ਆਗਮਨ ਤੋਂ ਪਹਿਲਾਂ ਦੀਆਂ ਗੱਲਾਂ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੀਆਂ ਗੋਸ਼ਟੀਆਂ, ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ, ਇਹ ਸਾਰਾ ਇਤਿਹਾਸ ਵਰਣਨ ਕੀਤਾ ਹੈ। ਜਦੋਂ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਪੱਖ ਤੋਂ ਰੋਸ਼ਨੀ ਪਾਈ ਹੈ ਸਾਡੇ ਸਾਹਮਣੇ, ਤਾਂ ਆਪ ਜੀ ਦੇ ਬਚਨ ਨੇ ਕਿ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਬਾਬਾ ਲਖਮੀ ਦਾਸ ਜੀ, ਬਾਲ ਜਤੀ ਸ੍ਰੀ ਚੰਦ ਹੈ, ਬਾਬਾ ਆਣਾ ਦੇਹੁਰਾ ਬਣਾਇਆ। ਪਹਿਲੇ ਨੰਬਰ ਦੇ ਉੱਤੇ ਬਾਬਾ ਸ੍ਰੀ ਚੰਦ ਜੀ, ਜਿਹੜੇ ਵੱਡੇ ਸਾਹਿਬਜ਼ਾਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ, ਉਹ ਬਾਲ ਜਤੀ ਨੇ। ਭਾਵ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਿਸ ਨੂੰ ਗੁਰਮਤ ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਉਹਨੂੰ ਨਹੀਂ ਅਪਣਾਇਆ ਉਹਨਾਂ ਨੇ। ਕਿਉਂਕਿ ਸਾਨੂੰ ਗੁਰਮਤ ਨੇ ਜੋ ਸਿਧਾਂਤ ਦਿੱਤੇ ਨੇ, ਉਹਨਾਂ ਸਿਧਾਂਤਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਕਿਰਤ ਇਸ ਕਰਕੇ ਕਰਨੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਜੋ ਸਾਡੀਆਂ ਲੋੜਾਂ ਨੇ, ਰੋਟੀ, ਕੱਪੜਾ, ਮਕਾਨ ਤੇ ਗਿਆਨ, ਇਹਦੀ ਅਸੀਂ ਪੂਰਤੀ ਤਾਂ ਕਰ ਸਕਦੇ ਹਾਂ ਜੇ ਸਾਡੇ ਪੱਲੇ ਕੁਝ ਹੋਏਗਾ। ਕਾਲ ਖਾਏ ਕੇ ਛੱਥੋਂ ਦੇ ਦੀ ਗੱਲ ਤਾਂ ਨਿਭਾ ਸਕਦੇ ਹਾਂ ਜੇ ਅਸੀਂ ਕਿਰਤੀ ਹਾਂ। ਫਿਰ ਪ੍ਰਭੂ ਦਾ ਸਿਮਰਨ ਕਰਨਾ, ਕੀਤੀ ਹੋਈ ਕਿਰਤ ਤੇ ਜਪੇ ਹੋਏ ਨਾਮ ਦੋਹਾਂ ਨੂੰ ਵੰਡ ਕੇ ਛਕਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਸ੍ਰੀ ਚੰਦ ਜੀ ਨੇ ਆਪਣੀ ਜ਼ਿੰਦਗੀ ਵਿੱਚ, ਉਹ ਸਾਹਿਬਜ਼ਾਦੇ ਨੇ ਵੱਡੇ, ਸਾਡੇ ਬਹੁਤ ਸਤਿਕਾਰਯੋਗ ਨੇ, ਸਾਤੋਂ ਬਹੁਤ ਉੱਚੇ ਸੁੱਚੇ ਨੇ, ਲੇਕਿਨ ਬਾਲ ਜਤੀ ਸ੍ਰੀ ਚੰਦ ਹੈ, ਬਾਬਾਣਾ ਦੇਹੁਰਾ ਬਣਾਇਆ। ਲਖਮੀ ਦਾਸੋਂ ਧਰਮਦਾਸ, ਪੋਤਾ ਹੋਏ ਕੇ ਆਪ ਗਣਾਇਆ। ਅੱਗੇ ਬਾਬਾ ਲਖਮੀ ਦਾਸ ਜੀ ਦੇ ਘਰ ਧਰਮਦਾਸ ਜੀ ਪੈਦਾ ਹੋਏ। ਇਸ ਗੱਲ ਦਾ ਮਾਣ ਕਰ ਗਏ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਪੋਤਰਾ ਹਾਂ। ਜਿਵੇਂ ਅੱਜ ਵੀ ਕੋਈ ਬੰਦਾ ਆਖੇ ਮੈਂ ਗੁਰੂ ਕੀ ਕੁਲ ਵਿੱਚੋਂ ਹਾਂ, ਇਹ ਗੱਲ ਸਾਡੇ ਸਾਹਮਣੇ ਖੋਲ ਰਹੇ ਆ ਵੀ ਸਾਹਿਬਜ਼ਾਦਿਆਂ ਨੂੰ ਇਹ ਰੁਤਬਾ ਕਿਵੇਂ ਪ੍ਰਾਪਤ ਹੋਇਆ। ਅਰਦਾਸ ਵਿੱਚ ਸ਼ਾਮਲ ਕੀਤਾ ਗਿਆ, ਉਹਨਾਂ ਦਾ ਰੁਤਬਾ ਦੂਜਿਆਂ ਤੋਂ ਵੱਡਾ ਕਰ ਦਿੱਤਾ ਗਿਆ। ਲਖਮੀ ਦਾਸੋਂ ਧਰਮਦਾਸ, ਪੋਤਾ ਹੋਏ ਕੇ ਆਪ ਗਣਾਇਆ। ਮੋਹਨ ਕਮਲਾ ਹੋਇਆ, ਚੌਬਾਰਾ ਮੋਹਰੀ ਮਨਾਇਆ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਬਲਕਿ ਭਾਈ ਗੁਰਦਾਸ ਸਾਹਿਬ ਜੀ ਸਾਡੇ ਸਾਹਮਣੇ ਖੋਲ ਰਹੇ ਆ ਤਾਂ ਕਿ ਸਾਨੂੰ ਤਹਿਜ਼ੀਬ ਪ੍ਰਾਪਤ ਹੋਵੇ ਕਿ ਅਸੀਂ ਕਿੰਨੀ ਨਿਮਰਤਾ ਦੇ ਨਾਲ ਗੁਰੂ ਕੇ ਸਿਧਾਂਤਾਂ ਉੱਤੇ ਪਹਿਰਾ ਦੇਣਾ। ਜੇ ਗੁਰੂ ਕੇ ਸਿਧਾਂਤਾਂ ਉੱਤੇ ਪਹਿਰਾ ਨਹੀਂ ਦੇਵਾਂਗੇ, ਗੁਰੂ ਕੀ ਗੱਲ ਨਹੀਂ ਮੰਨਾਂਗੇ, ਅਸੀਂ ਕਿਸੇ ਕੁਲ ਵਿੱਚ ਜਨਮ ਪ੍ਰਾਪਤ ਕੀਤਾ ਹੋਵੇ, ਕਿਸੇ ਘਰ ਵਿੱਚ ਪ੍ਰਾਪਤ ਕੀਤਾ ਹੋਵੇ, ਸਾਨੂੰ ਉਹ ਮਾਣ ਨਹੀਂ ਪ੍ਰਾਪਤ ਹੋਣਾ। ਕਿਉਂਕਿ ਗੁਰੂ ਸਾਹਿਬ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਮੈਂ ਕੇਵਲ ਆਪਣੇ ਪੁੱਤਰ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਗੱਲ ਤੇ ਨਹੀਂ ਨਿਬੇੜਦਾ, ਬਲਕਿ ਜਦੋਂ ਮਾਂ ਨੇ ਪੁੱਛਿਆ ਸ਼ਹੀਦੀ ਹੋਣ ਤੋਂ ਬਾਅਦ ਮੇਰਾ ਅਜੀਤ ਤੇ ਜੁਝਾਰ ਕਿੱਥੇ ਹੈ, ਮੇਰਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਕਿੱਥੇ ਹੈ,
ਤੇ ਕਲਗੀਧਰ ਪਾਤਸ਼ਾਹ ਸਾਡੇ ਤੇ ਮਾਣ ਕਰਦੇ ਆ, ਇਨ ਪੁੱਤਰਨ ਕੇ ਸੀਸ ਪੈ ਬਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਮਾਣ ਅਸੀਂ ਕਿਵੇਂ ਨਿਭਾ ਸਕਦੇ ਹਾਂ? ਮੋਹਨ ਕਮਲਾ ਹੋਇਆ ਚੌਬਾਰਾ ਮੋਹਰੀ ਮਨਾਇਆ। ਉਸ ਤੋਂ ਬਾਅਦ ਮੰਜੀ ਦਾਸ ਬਹਾਲਿਆ, ਦਾਤੂ ਸਿਧਾਸਣ ਸਿਖਾਇਆ। ਫਿਰ ਬਾਬਾ ਦਾਤੂ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਛਾਤੀ ਵਿੱਚ ਲੱਤ ਵੀ ਮਾਰੀ ਕਿ ਮੈਂ ਗੱਦੀ ਦਾ ਮਾਲਕ ਬਣਨਾ, ਤੁਹਾਡਾ ਹੱਕ ਨਹੀਂ ਮੇਰਾ ਹੱਕ ਹੈ। ਬੇਅਦਬੀ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹੰਕਾਰ ਵਿੱਚ। ਮੋਹਨ ਕਮਲਾ ਹੋਇਆ ਚੌਬਾਰਾ ਮੋਹਰੀ ਮਨਾਇਆ। ਫਿਰ ਕਹਿੰਦੇ ਮੀਣਾ ਹੋਆ ਪਿਰਥੀਆ ਕਰ ਕਰ ਤੁੰਡਕ ਬਰਲ ਚਲਾਇਆ। ਬਰਲ ਕਿਹਨੂੰ ਕਹਿੰਦੇ? ਝੱਲ ਪੁਣੇ ਨੂੰ। ਜਿਵੇਂ ਕਿਸੇ ਨੇ ਨਸ਼ਾ ਕੀਤਾ ਹੋਵੇ ਨਾ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਜਿਤ ਪੀਤਾ ਖਸਮ ਬਿਸਰੈ, ਦਰਗਾਹ ਮਿਲੈ ਸਜਾਏ। ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪਿਰਥੀਆ ਜੀ, ਹੁਣ ਵੇਖੋ ਬਾਬਾ ਪਿਰਥੀਆ ਜੀ ਵੀ ਉਸੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੰਤਾਨ ਹੈ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਵੀ ਉਸੇ ਗੁਰੂ ਰਾਮਦਾਸ ਜੀ ਦੀ ਸੰਤਾਨ ਹੈ। ਬਾਬਾ ਮਹਾਦੇਵ ਜੀ ਵੀ ਉਸੇ ਗੁਰੂ ਦੀ ਸੰਤਾਨ ਹੈ, ਉਸੇ ਮਾਂ ਦੇ ਪੁੱਤਰ ਨੇ। ਲੇਕਿਨ ਬਾਬਾ ਪਿਰਥੀਆ ਜੀ ਦੇ ਅੰਦਰ ਕੀ ਹੈ? ਮੈਂ ਗੁਰੂ ਘਰ ਦੇ ਉੱਤੇ ਕਾਬਜ ਕਿਵੇਂ ਹੋਣਾ। ਤੇ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਕੀ ਹੈ ਕਿ ਜਦੋਂ ਇਸ ਘਰ ਵਿੱਚ ਆ ਕੇ ਸੇਵਾ ਕਰਨੀ ਹੋਵੇ, ਕਿਸੇ ਨੇ ਬਤੌਰੇ ਕੀਰਤਨੀਆਂ ਸੇਵਾ ਕਰਨੀ ਹੋਵੇ, ਕਥਾਕਾਰ ਸੇਵਾ ਕਰਨੀ ਹੋਵੇ, ਗੁਰੂ ਕੀ ਤਾਬਿਆ ਬੈਠ ਕੇ ਸੇਵਾ ਕਰਨੀ ਹੋਵੇ, ਕਿਸੇ ਨੂੰ ਪ੍ਰਬੰਧਕੀ ਤੌਰ ਤੇ ਸੇਵਾ ਪ੍ਰਾਪਤ ਹੋ ਜਾਏ, ਸੰਗਤੀ ਤੌਰ ਤੇ ਸੇਵਾ ਪ੍ਰਾਪਤ ਹੋ ਜਾਏ, ਜੋੜਿਆਂ ਦੀ ਸੇਵਾ ਪ੍ਰਾਪਤ ਹੋ ਜਾਏ, ਭਾਂਡੇ ਮਾਂਜਣ ਦੀ ਸੇਵਾ ਪ੍ਰਾਪਤ ਹੋ ਜਾਏ, ਪੱਖਾ ਚੱਲਣ ਦੀ ਸੇਵਾ ਪ੍ਰਾਪਤ ਹੋ ਜਾਏ, ਸਤਿਗੁਰੂ ਕਹਿੰਦੇ ਇੱਕ ਗੱਲ ਨੂੰ ਚੇਤੇ ਰੱਖੋ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿ ਧਿਆਵੇ, ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰ ਧੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਕੇ ਸੇਵਾ ਕਰਨੀ ਹੈ। ਮੀਣਾ ਹੋਆ ਪਿਰਥੀਆ ਕਰ ਕਰ ਤੁੰਡਕ ਬਰਲ ਚਲਾਇਆ, ਮਹਾਦੇਵ ਅਹਮਿਓ ਕਰ ਕੁੱਤਾ ਪੁੰਕਾਇਆ। ਇੱਥੋਂ ਤੱਕ ਬਚਨ ਕਰ ਦਿੱਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਾਬਾ ਮਹਾਦੇਵ ਜੀ ਬਾਰੇ। ਇਹ ਸਾਰਿਆਂ ਦੀ ਗਿਣਤੀ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦੀ ਹਾਲਤ ਪਤਾ ਕੀ ਹੈ? ਜਿਹੜਾ ਗੁਰੂ ਚੰਦਨ ਵਰਗਾ ਹੈ, ਜਿਵੇਂ ਚੰਦਨ ਦੇ ਕੋਲ ਨਿੰਮ ਪੈਦਾ ਹੋ ਜਾਏ, ਅਰਿੰਡ ਪੈਦਾ ਹੋ ਜਾਏ, ਉਹ ਕਿਸੇ ਵੀ ਸਰੂਪ ਵਿੱਚ ਹੈ, ਉਹਨਾਂ ਦਾ ਕੱਦ ਕਿੰਨਾ ਉੱਚਾ ਲੰਮਾ ਹੈ, ਇਹਦੇ ਨਾਲ ਕੋਈ ਵਾਸਤਾ ਨਹੀਂ। ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਕੋਲ ਜਿਹੜਾ ਪੈਦਾ ਹੋ ਗਿਆ ਉਹਨੂੰ ਚੰਦਨ ਬਣਾ ਦੇਣਾ। ਪਰ ਨਾਲ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ ਹੈ, ਚੰਦਨ ਬਾਸ ਨਾ ਬਾਂਸ ਬੁਹਾਇਆ, ਕਿ ਚੰਦਨ ਦੇ ਕੋਲ ਪੈਦਾ ਹੋ ਕੇ, ਗੁਰੂ ਘਰ ਵਿੱਚ ਪੈਦਾ ਹੋ ਕੇ, ਗੁਰੂ ਕੇ ਪੁੱਤਰ ਬਣ ਕੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਬਤੀਤ ਕੀਤਾ ਨਾ, ਉਹ ਬਾਂਸ ਦੀ ਨਿਆਈ ਬਤੀਤ ਕੀਤਾ ਹੈ। ਭਗਤ ਕਬੀਰ ਜੀ ਨੇ ਜਿੱਥੇ ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਦੀ ਗੱਲ ਕੀਤੀ ਹੈ, ਚੰਦਨ ਦੀ ਵਡਿਆਈ ਕੀਤੀ ਹੈ, ਉੱਥੇ ਨਾਲ ਸਾਨੂੰ ਅਲਰਟ ਕੀਤਾ, ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿੰਨੇ ਵੀ ਸਨ ਨਾ, ਸਾਰੇ ਦੇ ਸਾਰੇ ਬਾਬਾ ਲਖਮੀ ਦਾਸ ਜੀ ਤੋਂ ਲੈ ਕੇ ਜਿੱਥੋਂ ਤੱਕ ਉਹ ਸਮਕਾਲੀ ਰਹੇ, ਇਹ ਸਾਰੇ ਬਾਂਸ ਵਾਂਗੂ ਗੁਰੂ ਘਰ ਵਿੱਚ ਰਹੇ। ਹੁਣ ਬਾਂਸ ਦੀ ਕੀ ਤਰਾਸਦੀ ਹੈ? ਬਾਂਸ ਦਾ ਪਹਿਲਾ ਨੁਕਸ ਸਭ ਤੋਂ ਵੱਡਾ ਕਠੋਰਤਾ। ਉਹ ਅੰਦਰੋਂ ਕਠੋਰ ਚਿੱਤ ਹੋ ਕੇ ਉਹਦੇ ਅੰਦਰ ਨਿਰਮਾਨਤਾ ਨਹੀਂ ਆ ਸਕਦੀ, ਕਠੋਰਤਾ ਉਹਦੇ ਅੰਦਰ। ਤੇ ਬਹੁਤ ਸਾਰੇ ਲੋਕ ਕਠੋਰਤਾ ਵਿੱਚ ਜ਼ਿੰਦਗੀ ਬਤੀਤ ਕਰਦੇ ਆ। ਇਸੇ ਕਰਕੇ ਗੁਰੂ ਨੂੰ ਵਚਨ ਕਰਨਾ ਪਿਆ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਉਹ ਸੁਣ ਕੇ ਗੁਰਬਾਣੀ ਦਾ ਕੀਰਤਨ ਕਥਾ ਵਿਚਾਰ ਉਦਾਸ ਹੁੰਦੇ ਹੈ, ਉਹ ਗੁੱਸੇ ਵਿੱਚ ਆਉਂਦੇ ਹੈ ਵੀ ਇਹ ਕੀ ਕਹਿ ਰਹੇ ਹੈ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਸਭ ਤੋਂ ਪਹਿਲੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਕਿ ਭਾਈ ਕਠੋਰਤਾ ਜਿਹੜੀ ਹੈ ਬਾਂਸ ਦੇ ਅੰਦਰ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਔਗਣ ਹੈ। ਨੰਬਰ 2 ਦੇ ਉੱਤੇ ਬਾਂਸ ਅੰਦਰੋਂ ਖੋਖਲਾ ਹੈ। ਬਹੁਤ ਸਾਰੇ ਲੋਕ ਗੁਰੂ ਘਰ ਵਿੱਚ ਆਉਂਦੇ ਨੇ, ਮੰਦਿਰਾਂ ਜਾਂਦੇ ਨੇ, ਮਸਜਿਦ ਵਿੱਚ ਜਾਂਦੇ ਨੇ, ਚਰਚ ਵਿੱਚ ਜਾਂਦੇ ਨੇ, ਗੁਰੂ ਕੋਲ ਬਹਿੰਦੇ ਨੇ ਸਾਡੇ ਵਰਗੇ, ਲੇਕਿਨ ਅੰਦਰੋਂ ਖੋਖਲੇ ਹੋਣ ਕਰਕੇ ਅੰਧੇ ਏਕ ਨਾ ਲਾਗੀ ਜਿਉਂ ਬਾਂਸ ਵਜਾਈਐ ਫੂਕ। ਇਧਰੋਂ ਸੁਣੀ ਤੇ ਇਧਰ ਕੱਢ ਦਿੱਤੀ।
ਇੱਥੇ ਤਾਂ ਸੀ ਕਿ ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ, ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਬਖਾਣੀ। ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਉਪਦੇਸ਼ ਉਹਨੂੰ ਧਾਰਨ ਕਰਨਾ, ਉਹਨੂੰ ਅੰਦਰ ਵਸਾਉਣਾ, ਅਮਲੀ ਜੀਵਨ ਵਿੱਚ ਲਿਆਉਣਾ। ਲੇਕਿਨ ਅੰਧੇ ਏਕ ਨ ਲਾਗੇ ਜਿਉ ਬਾਂਸ ਬਚਾਈਆ ਫੂਕ। ਪਹਿਲੇ ਨੰਬਰ ਤੇ ਕਠੋਰਤਾ, ਦੂਸਰੇ ਨੰਬਰ ਤੇ ਉੱਤੇ ਖੋਖਲਾਪਨ। ਆਪਣੀ ਜ਼ਿੰਦਗੀ ਵਿੱਚ ਅਸੀਂ ਅੱਜ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਯਾਦ ਕਰ ਰਹੇ ਨਾ, ਸਾਡੇ ਅੰਦਰ ਕਠੋਰਤਾ ਨਾ ਰਹੇ, ਸਾਡੇ ਅੰਦਰ ਨਿਮਰਤਾ, ਸੌਫਟਨੈਸ ਜੀਵਨ 'ਚ ਪੈਦਾ ਹੋਵੇ, ਤਾਂ ਕਿ ਅਸੀਂ ਗੁਰੂ ਦੀ ਗੱਲ ਨੂੰ ਸਮਝ ਸਕੀਏ। ਅੰਦਰੋਂ ਅਸੀਂ ਖੋਖਲੇ ਨਾ ਹੋਈਏ, ਬਲਕਿ ਸਤਿਗੁਰੂ ਪਾਤਸ਼ਾਹ ਜੀ ਦੀ ਗੱਲ ਨੂੰ ਸਮਝ ਕੇ ਆਪਣੇ ਅੰਦਰ ਧਾਰਨ ਕਰੀਏ। ਇਹ ਨਾ ਹੋਵੇ ਇੱਧਰੋਂ ਸੁਣੀ ਤੇ ਇੱਧਰ ਕੱਢ ਦਿੱਤੀ, ਬਾਹਰ ਨਿਕਲ ਕੇ ਸਾਡੀ ਜ਼ਿੰਦਗੀ ਫਿਰ ਪਹਿਲਾਂ ਵਰਗੀ ਹੋ ਜਾਏ। ਨੰਬਰ 3 ਦੇ ਉੱਤੇ ਬਾਂਸ ਦੀ ਤਰਾਸਦੀ ਹੈ, ਉਹਦੇ ਅੰਦਰ ਗੰਢਾਂ ਨੇ। ਬਹੁਤ ਸਾਰੇ ਲੋਕ ਅਸੀਂ ਸਿੱਖ ਬਣ ਗਏ ਹਾਂ, ਲੇਕਿਨ ਅੱਜ ਗੰਢਾਂ ਇੰਨੀਆਂ ਪਾ ਦਿੱਤੀਆਂ, ਆਹ ਗੁਰਦੁਆਰਾ ਰਵਿਦਾਸੀਆਂ ਦਾ, ਆਹ ਗੁਰਦੁਆਰਾ ਮਜ਼੍ਹਬੀਆਂ ਦਾ, ਆਹ ਗੁਰਦੁਆਰਾ ਜੱਟਾਂ ਦਾ, ਆਹ ਗੁਰਦੁਆਰਾ ਭਾਪਿਆਂ ਦਾ, ਆਹ ਸੈਣੀਆਂ ਦਾ। ਇਹ ਕੀ ਨੇ? ਇਹ ਸੈਕਟਰ ਜਿਹੜੇ ਪੈਦਾ ਕੀਤੇ ਨਾ ਅਸੀਂ, ਇਹ ਬਾਂਸ ਦੀ ਬਿਰਤੀ ਹੈ। ਜਿਸ ਕਰਕੇ ਵੱਡੇ ਸਾਹਿਬਜ਼ਾਦਿਆਂ ਤੋਂ ਲੈ ਕੇ ਜਿਨ੍ਹਾਂ ਦੀ ਮੈਂ ਗਿਣਤੀ ਕੀਤੀ, ਭਾਈ ਗੁਰਦਾਸ ਸਾਹਿਬ ਜੀ ਦੀ ਦਿੱਤੀ ਲਿਸਟ ਦੇ ਮੁਤਾਬਕ, ਉਹ ਗੰਢਾਂ ਪਾ ਕੇ ਬੈਠੇ ਨੇ, ਆਪਸ ਵਿੱਚ ਸੈਕਟਰ ਬਣਾ ਕੇ ਬੈਠੇ ਨੇ। ਸਿੱਖ ਧਰਮ ਵਿੱਚ ਸੰਪਰਦਾਇਕਤਾ ਦੀ ਕੋਈ ਥਾਂ ਨਹੀਂ ਹੈ। ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਸਿੱਖਾਂ ਦੀ ਬਾਣੀ ਹੈ, ਉਹਦੇ ਵਿੱਚ ਇੱਕ ਸਾਰਤਾ ਹੈ। ਕਈ ਲੋਕਾਂ ਨੇ ਵਿਘਨ ਪਾਉਣ ਦਾ ਯਤਨ ਕੀਤਾ, ਸੈਕਟਰ ਪੈਦਾ ਕਰਨ ਦਾ ਯਤਨ ਕੀਤਾ। ਕਾन्हा ਜੀ ਆਏ, ਛੱਜੂ ਜੀ ਆਏ, ਸ਼ਾਹ ਹੁਸੈਨ ਆਇਆ, ਪੀਲੂ ਆਇਆ, ਲੇਕਿਨ ਸਤਿਗੁਰੂ ਜੀ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗੁਰੂ ਦੀ ਬਾਤ ਦੇ ਨਾਲ, ਗੁਰੂ ਕੇ ਸਿਧਾਂਤ ਦੇ ਨਾਲ। ਕਿਉਂਕਿ ਇੱਥੇ ਕੋਈ ਕੰਪਰੋਮਾਈਜ਼ ਕਰਨ ਦੀ ਗੱਲ ਨਹੀਂ, ਬਲਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਵਿੱਚ ਨਿਰਮਲ ਪੰਥ ਕੀਤੋ, ਸੋ ਆਪਣਾ ਪੰਥ ਨਿਰਾਲਾ। ਇਹ ਨਿਰਾਲਾ ਪੰਥ, ਇਹਦੀ ਨਿਰੋਲਤਾ ਬਣਾ ਕੇ ਰੱਖਣ ਦੀ ਗੱਲ ਕੀਤੀ। ਬਾਂਸ ਦੇ ਅੰਦਰ ਕਠੋਰਤਾ ਜਿਹੜੀ ਸਾਡੇ ਸੁਭਾਅ ਵਿੱਚ ਕਈ ਵਾਰੀ ਚੱਲਦੀ ਹੈ। ਮੈਂ ਫਿਰ ਦੁਹਰਾ ਦਿਆਂ, ਜਿਨ ਕੇ ਚਿਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਅੰਦਰੋਂ ਖੋਖਲਾਪਨ, ਅੰਧੇ ਏਕ ਨ ਲਾਗੇ ਜਿਉ ਬਾਂਸ ਵਜਾਈਆ ਫੂਕ। ਫਿਰ ਗੰਢਾਂ ਪਾਉਣੀਆਂ, ਜਾਤਾਂ ਪਾਤਾਂ ਦੀ ਗੱਲ ਕਰਨੀ, ਜਿਹਨੂੰ ਸਤਿਗੁਰੂ ਨੇ ਕਿਹਾ ਸੀ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਵਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੇ ਬਹੁਤ ਵਿਕਾਰਾ। ਜੇ ਅਸੀਂ ਗੁਰੂ ਕੀ ਅਸੀਸ ਪ੍ਰਾਪਤ ਕਰਨੀ ਹੈ ਤਾਂ ਆਪਣੇ ਅੰਦਰੋਂ ਇਹ ਗੰਢਾਂ ਮੁਕਾਈਏ। ਇਹ ਜੀਵਨ ਦੇ ਵਿੱਚੋਂ ਜਾਤਾਂ ਪਾਤਾਂ ਦਾ ਬਖੇੜਾ ਪਾਸੇ ਕਰਕੇ ਜੋ ਖਾਲਸਾ ਪੰਥ ਦੇ ਸਿਧਾਂਤ ਨੇ, ਜੋ ਸਾਡੀ ਰਹਿਤ ਮਰਜ਼ਾਦਾ ਕਹਿੰਦੀ ਹੈ, ਉਹਨੂੰ ਪ੍ਰਵਾਨ ਕਰੀਏ। ਨੰਬਰ 4 ਦੇ ਉੱਤੇ ਸਭ ਤੋਂ ਵੱਡੀ ਗੱਲ, ਸਭ ਤੋਂ ਮਾੜੀ ਗੱਲ ਬਾਂਸ ਦੀ ਇੱਕ ਬਿਰਤੀ ਹੈ। ਉਹ ਬਿਰਤੀ ਬਹੁਤ ਖਤਰਨਾਕ ਹੈ। ਉਹ ਕਿਹੜੀ ਬਿਰਤੀ? ਜਿੱਥੇ ਉਹ ਕਠੋਰ ਹੈ, ਜਿੱਥੇ ਉਹ ਖੋਖਲਾ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਗੰਢਾਂ ਪਾ ਕੇ ਬਖਰੇਵੇਂ ਖੜੇ ਕਰਦਾ, ਆਪਣੀ ਆਪਣੀ ਮਰਜ਼ੀ ਦੀ ਗੱਲ ਕਰਦਾ, ਉੱਥੇ ਸਭ ਤੋਂ ਵੱਡੀ ਤਰਾਸਦੀ ਬਾਂਸ ਦੀ ਜਿਹੜੀ ਹੈ ਉਹ ਇਹ ਬਣ ਜਾਂਦੀ ਹੈ ਕਿ ਉਹ ਕੁੱਲ ਘਾਤੀ ਹੈ, ਜਿਹਨੂੰ ਜੈਨੋਸਾਈਡ ਕਹਿੰਦੇ, ਆਪਣੀ ਕੁੱਲ ਦਾ ਨਾਸ਼ ਕਰਨਾ। ਅਸੀਂ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਮੇਰੇ ਵਰਗੇ ਬੰਦੇ ਐਜ ਏ ਪ੍ਰਚਾਰਕ, ਜ਼ਿੰਮੇਵਾਰ ਲੋਕ, ਜਿਹਦੇ ਨਾਲ ਸਾਡੀ ਕੌਮੀ ਪੱਧਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਔਰ ਮੈਂ ਬੇਨਤੀਆਂ ਕਰਦਾ ਹੁੰਦਾ ਕਈ ਵਾਰੀ, ਅੱਜ ਅਸੀਂ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਚੇਤੇ ਕਰ ਰਹੇ ਹਾਂ, ਤੇ ਯਾਦ ਕਰੋ ਗੁਰੂ ਨੇ ਸਾਨੂੰ ਸਿੰਘ ਦੀ ਪਦਵੀ ਦਿੱਤੀ ਹੈ, ਕੌਰ ਦੀ ਪਦਵੀ ਦਿੱਤੀ ਹੈ। ਕਦੀ ਆਪਣੇ ਘਰ ਦੇ ਵਿੱਚ ਕਾਰਡ ਚੁੱਕ ਕੇ ਵੇਖੋ, ਵਿਆਹ ਸ਼ਾਦੀ ਦੇ ਕਾਰਡ, ਉਹਦੇ ਉੱਤੇ ਪਹਿਲਾਂ ਤਾਂ ਇਹ ਦੇਖੋ ਵੀ ਜਿਹੜੀ ਪੰਕਤੀ ਲਿਖਦੇ ਆਪਾਂ ਜਾ ਕੇ ਦੇ ਦਿੱਤਾ, ਉਹਨਾਂ ਨੂੰ ਜਾ ਕੇ ਪੈਸੇ ਜਮ੍ਹਾਂ ਕਰਵਾ ਦਿੱਤੇ, ਹੁਕਮ ਕਰਕੇ ਆ ਗਏ, ਆਰਡਰ ਕਰਕੇ ਆ ਗਏ ਵੀ ਸਾਡੇ ਕਾਰਡ ਛਾਪ ਦਿਓ, ਛਪ ਕੇ ਘਰ ਆ ਜਾਂਦੇ ਆ। ਉੱਪਰ ਪੰਕਤੀ ਕਿਹੜੀ ਛਪ ਕੇ ਆ ਗਈ? ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਤੁਸੀਂ ਬਹੁਤ ਵਿਦਵਾਨ ਬੈਠੇ ਹੋ ਮੇਰੇ ਸਾਹਮਣੇ, ਸਨਮਾਨਯੋਗ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਬੈਠੇ ਨੇ, ਗਿਆਨੀ ਹਰਪਾਲ ਸਿੰਘ ਜੀ, ਮੇਰੇ ਤੋਂ ਤੁਸੀਂ ਵੱਧ ਜਾਣਦੇ ਹੋ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ। ਸਿੰਘ ਸਾਹਿਬ ਬੈਠੇ ਨੇ, ਭਾਈ ਜਸਵਿੰਦਰ ਸਿੰਘ ਜੀ, ਸਾਰਿਆਂ ਨੂੰ ਪੁੱਛ ਕੇ ਵੇਖ ਲਓ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਲੱਭੇਗੀ? ਇਹ ਕਿਸੇ ਦੇਹਧਾਰੀ ਨੇ ਪੰਕਤੀ ਉਚਾਰਨ ਕੀਤੀ ਤੇ ਸਾਡੇ ਘਰਾਂ ਵਿੱਚ ਪਤਾ ਨਹੀਂ ਇਹਦਾ ਕਿਵੇਂ ਬੋਲਬਾਲਾ ਹੋ ਗਿਆ।
ਸਤਿਗੁਰ ਦਾਤੇ ਕਾਦਰ ਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਪਹਿਲੇ ਨੰਬਰ ਦੇ ਉੱਤੇ ਇਹ ਸਾਨੂੰ ਕਿਉਂ ਧੋਖਾ ਬਣਿਆ? ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਛੱਡ ਦਿੱਤਾ। ਜਿਵੇਂ ਸਾਡੇ ਬੱਚੇ, ਤੁਸੀਂ ਪੜ੍ਹੇ ਹੋ ਕਾਲਜਾਂ ਵਿੱਚ, ਸਕੂਲਾਂ ਵਿੱਚ, ਕਦੀ ਸਕੂਲ ਕਾਲਜ ਲੈਵਲ ਤੇ ਪੜ੍ਹਦੇ ਆ, ਕਿਸੇ ਨੂੰ ਆਖਿਆ ਸੀ ਕੈਮਿਸਟਰੀ ਦਾ ਪਾਠ ਤੂੰ ਕਰ ਦੇਈਂ, ਮੈਥ ਮੇਰੀ ਥਾਂ ਤੇ ਤੂੰ ਪੜ੍ਹ ਲਈ, ਫਿਜ਼ਿਕਸ ਮੇਰੀ ਥਾਂ ਤੇ ਤੂੰ ਪੜ੍ਹ ਲਈ, ਪੰਜਾਬੀ ਮੇਰੀ ਥਾਂ ਤੇ ਤੂੰ ਕਰ ਲਈ। ਸਾਨੂੰ ਆਪ ਮਿਹਨਤ ਕਰਕੇ ਅੱਗੇ ਵੱਧ ਕੇ ਸਭ ਕੁਝ ਕਰਨਾ ਪਿਆ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਸਾਨੂੰ ਬਖਸ਼ਿਆ ਨਾ, ਉਹਨੂੰ ਚੇਤੇ ਰੱਖੋ, ਆਪਣ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀ ਹੈ। ਆਪਣੀ ਜ਼ਿੰਦਗੀ ਵਿੱਚ ਬਾਣੀ ਪੜ੍ਹਨ ਦੀ ਆਪ ਆਦਤ ਪਾਓ। ਇਹ ਆਦਤ ਤਾਂ ਪੈਣੀ ਹੈ, ਅੱਜ ਜੇ ਅਸੀਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਖਸੀਅਤ ਨੂੰ ਚੇਤੇ ਕਰਦੇ ਹਾਂ, ਉਹਦੇ ਪਿੱਛੇ ਘਾਲਣਾ ਕਿਹਦੀ ਹੈ? ਮਾਤਾ ਗੁਜਰੀ ਜੀ ਦੀ, ਮਾਤਾ ਅਜੀਤ ਕੌਰ ਜੀ ਦੀ, ਮਾਤਾ ਸੁੰਦਰ ਕੌਰ ਜੀ ਦੀ। ਅੱਜ ਆਪਣੇ ਘਰਾਂ 'ਚ ਧਿਆਨ ਮਾਰ ਕੇ ਵੇਖੋ, ਮਾਤਾ ਗੁਜਰ ਕੌਰ ਹੈ? ਅੱਜ ਧਿਆਨ ਮਾਰ ਕੇ ਦੇਖੋ, ਮਾਤਾ ਸੁੰਦਰੀ ਦਾ ਸਰੂਪ ਸਾਡੇ ਘਰ 'ਚ ਪੈਦਾ ਹੋਇਆ। ਅੱਜ ਧਿਆਨ ਮਾਰ ਕੇ ਵੇਖੋ, ਮਾਤਾ ਅਜੀਤ ਕੌਰ ਵਰਗੀ ਸ਼ਖਸੀਅਤ ਸਾਡੇ ਘਰਾਂ 'ਚ ਹੈ। ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਘਰ ਨੂੰ ਸਵਾਰੀਏ, ਕਿਉਂਕਿ ਬੱਚੇ ਦਾ ਸਭ ਤੋਂ ਪਹਿਲਾ ਸਕੂਲ, ਪਹਿਲਾ ਵਿਦਿਆਲਾ, ਪਹਿਲਾ ਅਦਾਰਾ ਜਿੱਥੇ ਸਿੱਖਿਆ ਕੇਂਦਰ ਉਹ ਮਾਂ-ਬਾਪ ਨੇ। ਪ੍ਰਿੰਸੀਪਲ ਹਰਭਜਨ ਸਿੰਘ ਜੀ, ਰਿਟਾਇਰਡ ਪ੍ਰਿੰਸੀਪਲ ਸ਼ਹੀਦ ਸਿੰਘ ਕਮਿਊਨਿਟੀ ਕਾਲਜ, ਉਹ ਹੁਣ ਤਾਂ ਸੰਸਾਰ ਤੋਂ ਜਾ ਚੁੱਕੇ ਨੇ। ਉਹ ਉਰਦੂ ਦਾ ਇੱਕ ਸ਼ੇਅਰ ਬੋਲਦੇ ਸਨ ਕਿ ਆ ਸਾਡੀਆਂ ਬੱਚੀਆਂ, ਸਾਡੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਪਣੀ ਛਾਤੀ ਦਾ ਦੁੱਧ ਪਿਲਾ ਕੇ ਵੀ ਰਾਜੀ ਨਹੀਂ। ਨਾ ਤਾਂ ਉਹਦੇ ਕੋਲ ਖੁਰਾਕ ਆਪਣੀ, ਨਾ ਉਹਦੇ ਕੋਲ ਪੜ੍ਹਾਈ ਆਪਣੀ, ਨਾ ਉਹਦੇ ਕੋਲ ਮਾਹੌਲ ਆਪਣਾ। ਜਿਵੇਂ ਕਰਤਾਰਪੁਰ ਸਾਹਿਬ ਵਸਾ ਕੇ, ਖਡੂਰ ਸਾਹਿਬ ਵਸਾ ਕੇ, ਗੋਇੰਦਵਾਲ ਸਾਹਿਬ ਵਸਾ ਕੇ, ਫਿਰ ਅੱਗੇ ਅੰਮ੍ਰਿਤਸਰ ਵਸਾ ਕੇ ਗੁਰੂ ਸਾਹਿਬ ਨੇ ਇੱਕ ਮਾਹੌਲ ਕ੍ਰੀਏਟ ਕੀਤਾ ਸੀ ਸਾਡੇ ਵਾਸਤੇ। ਅੱਜ ਸਾਡੇ ਬੱਚਿਆਂ ਕੋਲ ਮਾਹੌਲ ਹੈ? ਘਰ ਦੇ ਵਿੱਚ, ਸਕੂਲ ਵਿੱਚ, ਕਾਲਜ ਵਿੱਚ, ਗੁਰਦੁਆਰੇ ਵਿੱਚ। ਉਹ ਇੱਕ ਸ਼ੇਅਰ ਬੋਲਦੇ ਸਨ, ਕਹਿੰਦੇ ਤਿਫਲ ਮੇਂ ਬੂ ਆਏ ਕਿਆ ਮਾਂ ਬਾਪ ਕੇ ਕਿਰਦਾਰ ਕੇ। ਤਿਫਲ ਉਰਦੂ 'ਚ ਕਹਿੰਦੇ ਨੇ ਬੱਚੇ ਨੂੰ। ਤਿਫਲ ਮੇਂ ਬੂ ਆਏ ਕਿਆ ਮਾਂ ਬਾਪ ਕੇ ਕਿਰਦਾਰ ਕੀ, दूध है डिब्बे का, पढ़ाई है सरकार के। ना साडे कोल बच्चे कोल अपनी खुराक, ना अपनी सिक्ख्या केंद्र। इस करके रब दा वास्ता जे हुण जिथे गुरुद्वारे की जरूरत है गुरुद्वारा बनाओ, लेकिन अपने स्कूल ते कॉलेज पैदा करो, अपने घर दे विच सिੱਖੀ ਦਾ माहौल पैदा करो, गुरुद्वारे का माहौल जिहड़ा वो गुरमत वाला पैदा करो, ताकि उत्थों एक सारता पैदा होवे, साडे बच्चों विच दुविधा ना पैदा होवे। साडे बच्चे कन्फ्यूज होंदे हैं, मैं आया तो कुछ कह के चला गया, दूजे दिन मेरी थां ते दूजा आया कुछ होर कह के चला गया, तीजा आया होर कुछ कह के चला गया। इस करके सतगुरु कहंदे भी अपनी जिंदगी विच एक सारता बनाने वास्ते सानू की जरूरत है? अज सब तो वड्डी जरूरत माता गुजर कौर नूं पैदा करन दी अपने परिवारां विच। दादी दी गोदी माता गुजर कौर वाली होवे, बीबी अमरो होवे, जिहड़ी राही बाबा अमरदास पातशाह जी की शख्सियत पैदा होंदी है। बाणी पढ़न वालियां बच्चियां, मावां आ साडे जीवन दे विच सानू प्राप्त होण। साडी मां, क्योंकि सब तो पहली खुराक ते सब तो पहली बोली वो मां तो प्राप्त होनी है। इंडिया दे विच तुसीं भी जानते हो, मैं भी जानदा हाँ, अज भी 35% लोग स्कूल नहीं जाते, अनपढ़ ने, जिन्हां नूं वास्ता ही नहीं स्कूल दे नाल। लेकिन कोई हिंदी बोलता, कोई पंजाबी बोलता, कोई उर्दू बोलता है। जे उन्होंने पुछो तुसीं स्कूल नहीं गए, किताबां नहीं पढ़ियां, कभी लिखिया नहीं, अखरां नूं सिक्खिया नहीं, तुसीं ये भाषा कित्थों सीखी? उन्हां कोल इक्को जवाब, असीं अपनी मां तो सीखी है। एक तो अपनी मां बोली नूं प्यार करो, क्योंकि मां बोली नूं संभालांगे तो गुरु ग्रंथ साहब नाल जुड़ के रहांगे। सब तो वड्डी गल कि अपनी जिंदगी विच असीं अपने जीवन नूं बचाउण वास्ते सब तो पहली गल अपने घर नूं संभालना, स्कूलों कालजां नूं संभालना, नंबर 3 उत्ते गुरु घर का माहौल जिहड़ा है गुरमत अनुसारी पैदा करना। तो मैं बेनती कर रहा सा, बांस जिहड़ा ना अपनी जिंदगी विच की करदा है, कुल घात करदा है। जदों आपस विच खहिंदा ना, सारे जंगल नूं साड़ के रख दिंदा है। जिस घर विच ईरखा पैदा होवे, जिस बंदे दे अंदर ईरखा पैदा होवे, वो आप भी सड़दा है ते नाल कौम नूं भी साड़दा है। जिस दा अंदर तात पराई होवे
ਤਿਸਦਾ ਕਦੇ ਨਾ ਹੋਵੀ ਭਲਾ, ਉਸ ਦਾ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਨਾ ਹੈ ਗੁਰੂ ਦੇ ਕੋਲ, ਨਾ ਕਿ ਆਪਣੇ ਜੀਵਨ ਦੇ ਵਿੱਚ ਇਹ ਸੋਚਣਾ ਵੀ ਅਸੀਂ ਕਿਸ ਘਰ 'ਚ ਪੈਦਾ ਹੋਏ। ਕਿਸੇ ਘਰ 'ਚ ਪੈਦਾ ਹੋਏ, ਗੁਰੂ ਨੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ, ਬਰਾਬਰ ਦਾ ਮਾਣ ਦਿੱਤਾ ਹੈ, ਔਰ ਬੱਚਿਆਂ ਨੂੰ ਵੀ ਬਰਾਬਰ ਦਾ ਮਾਣ ਦਿੱਤਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਜਦੋਂ ਕਾਰਡ ਛਪਾਈਏ, ਛਪ ਕੇ ਘਰ ਆਉਂਦੇ ਨੇ, ਉਹਨੂੰ ਚੁੱਕ ਕੇ ਵੇਖਦੇ ਆ, ਸਾਨੂੰ ਪਤਾ ਨਹੀਂ ਲੱਗਦਾ ਮੁੰਡਾ ਕਿਹੜਾ ਤੇ ਕੁੜੀ ਕਿਹੜੀ ਆ, ਕਿਉਂਕਿ ਮੇਲ ਤੇ ਫੀਮੇਲ ਦੀ ਪਹਿਚਾਣ ਕਿੱਥੋਂ ਹੋਣੀ ਸੀ? ਕੌਰ ਤੇ ਸਿੰਘ ਤੋਂ। ਇਹ ਗੱਲਾਂ ਮਾਈਨਰ ਨਹੀਂ ਹੈ, ਇਹ ਅਸੀਂ ਆਪਣੀ ਜੜੀ ਤੇਲ ਪਾ ਰਹੇ ਹਾਂ, ਆਪਣੀਆਂ ਜੜ੍ਹਾਂ ਨੂੰ ਆਪ ਉਖਾੜਨ ਵਾਸਤੇ। ਆਪਣੇ ਹੱਥੀਂ ਦੁਸ਼ਮਣ ਨਹੀਂ ਕੁਝ ਵੀ ਕਰ ਸਕਦਾ, ਅਸੀਂ ਆਪ ਕਰ ਰਹੇ ਹਾਂ। ਇਹਨਾਂ ਗੱਲਾਂ ਵੱਲ ਧਿਆਨ ਦਿਓ। ਅੱਜ ਜੋਰਾਵਰ ਸਿੰਘ ਜੀ ਨੂੰ ਚੇਤੇ ਕਰਦੇ ਹੋ, ਜਨਮ ਦਿਹਾੜਾ ਮਨਾ ਰਹੇ ਹੋ ਨਾ, ਤੇ ਜੋਰਾਵਰ ਸਿੰਘ ਪੈਦਾ ਕਰਨਾ ਚਾਹੁੰਦੇ ਹੋ ਘਰਾਂ ਵਿੱਚ, ਤੇ ਸਿੰਘ ਤੇ ਕੌਰ ਨੂੰ ਤਿਲਾਂਜਲੀ ਨਾ ਦਿਓ, ਕਿਉਂਕਿ ਸਾਡੀ ਹੋਂਦ ਦਾ ਪ੍ਰਗਟਾ ਹੈ। ਅਸੀਂ ਆਪਣੀ ਹੋਂਦ ਨੂੰ ਆਪਣੇ ਹੱਥੀਂ ਖਤਮ ਨਾ ਕਰੀਏ। ਸਿੰਘ ਤੇ ਕੌਰ ਜਦੋਂ ਕੋਈ ਚਲਾਣਾ ਕਰਦਾ ਹੈ, ਧਿਆਨ ਨਾਲ ਦੇਖੋ, ਉੱਥੇ ਜਦੋਂ ਨੋਟ ਕਰਵਾਉਣ ਜਾਂਦੇ ਹੋ, ਉਹ ਸ਼ਰਾਰਤ ਕਰਦੇ ਨੇ, ਸਾਡਾ ਨਾਮ ਸਿੰਘ ਤੇ ਕੌਰ ਤੋਂ ਬਿਨਾਂ ਲਿਖਣਗੇ। ਜਦੋਂ ਜਨਮ ਵੇਲੇ ਲਿਖਾਣ ਜਾਂਦੇ ਆ, ਉਸ ਵੇਲੇ ਧਿਆਨ ਰੱਖੋ, ਕਿਉਂਕਿ ਇਹ ਗੱਲਾਂ ਆਉਣ ਵਾਲੇ ਭਵਿੱਖ ਵਾਸਤੇ ਬਹੁਤ ਜ਼ਰੂਰੀ ਨੇ। ਨਹੀਂ ਤਾਂ ਸਾਡਾ ਭਵਿੱਖ ਜਿਹੜਾ ਉਜਲਾ ਨਹੀਂ ਹੋ ਸਕਦਾ। ਔਰ ਗੁਰੂ ਨਾਨਕ ਦਾ ਆਖਾ ਮੰਨੀਏ, ਅੱਗੋਂ ਦੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਤੇ ਇਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਆਗਿਆ ਦਾ ਪਾਲਣ ਕੀਤਾ ਹੈ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕੀਤਾ ਹੈ। 9 ਸਾਲ ਦੀ ਉਮਰ ਦੇ ਵਿੱਚ ਕੋਈ ਬੰਦਾ ਸੋਚ ਸਕਦਾ ਕਿ ਇੱਕ ਪਾਸੇ ਵਜ਼ੀਰ ਖਾਂ ਬੈਠਾ ਹੋਵੇ, ਉਹਦੀ ਕੌਂਸਲ ਬੈਠੀ ਹੋਵੇ, ਪਾਰਲੀਮੈਂਟ ਬੈਠੀ ਹੋਵੇ, ਤੇ ਉਹ ਕਹਿਣਾ ਅਸੀਂ ਝੁਕਾਣਾ ਇਹਦਾ ਸਿਰ। ਲੇਕਿਨ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਕਹਿੰਦੇ ਅੱਜ ਮੈਂ ਪਹਿਲਾਂ ਲੰਘਣਾ ਹੈ, ਮੈਂ ਲੰਘਾਂਗਾ, ਉਸ ਤੋਂ ਬਾਅਦ ਅੱਗੇ ਫਿਰ ਤੂੰ ਅੰਦਰ ਜਾਣਾ ਹੈ। ਉਹਨਾਂ ਦਾ ਠੀਕ ਹੈ, ਇਹ ਸਾਡੇ ਸਾਹਮਣੇ ਸਿਰ ਝੁਕਾਉਣਗੇ, ਲੇਕਿਨ ਜਦੋਂ ਬਾਬਾ ਜੋਰਾਵਰ ਸਿੰਘ ਜੀ ਨੇ ਪੈਰ ਅੱਗੇ ਕੀਤਾ ਨਾ, ਉਹ ਸ਼ਰਮ ਨਾਲ ਉਹਨਾਂ ਦਾ ਸਿਰ ਝੁਕ ਗਿਆ। ਕਿ ਅਸੀਂ ਜਿਨ੍ਹਾਂ ਨੂੰ ਝੁਕਾਉਣਾ ਚਾਹੁੰਦੇ ਆ ਨਾ, ਇਹ ਮੋਹਕਮਤਾਈ ਨੂੰ ਦ੍ਰਿੜ ਕਰਕੇ ਆਪਣੀ ਜ਼ਿੰਦਗੀ 'ਚ ਬੈਠੇ ਨੇ। ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਨੂੰ ਝੁਕਾਇਆ ਨਹੀਂ ਜਾ ਸਕਦਾ। ਇਸੇ ਕਰਕੇ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਹੈ, ਉਹ ਸ਼ਹਾਦਤ ਦੇ ਉੱਤੇ ਸਿੱਖ ਤਾਂ ਮਾਣ ਕਰਦੇ ਹੈ। ਜਿਸ ਕੁਲ ਕੌਮ ਜ਼ਾਤ ਕੇ ਬੱਚੇ ਦੇ ਸਕਤੇ ਜੂ ਬਲੀਦਾਨ, ਵਰਤਮਾਨ ਕੁਛ ਵੀ ਹੋ ਭਵਿੱਖ ਹੈ ਮਹਾਨ। ਕਿ ਵਰਤਮਾਨ ਕੀ ਕਿੰਨਾ ਦੁੱਖਾਂ ਭਰਿਆ, ਲੇਕਿਨ ਆਉਣ ਵਾਲਾ ਫਿਊਚਰ ਜਿਹੜਾ ਹੈ ਉਹ ਬੜਾ ਬ੍ਰਾਈਟ ਹੁੰਦਾ, ਕਮਾਲ ਹੁੰਦਾ। ਕਦੋਂ? ਜਦੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਰਗੀ ਸ਼ਖਸੀਅਤ ਪੈਦਾ ਹੋਵੇ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਜਦ ਚਰਬੀ ਢਲੇ ਮਾਸੂਮਾਂ ਦੀ, ਰੂਹਾਂ ਵਿੱਚ ਚਾਨਣ ਹੋ ਜਾਵੇ। ਜਦ ਉਸਰੇ ਕੰਧ ਮਾਸੂਮਾਂ ਦੀ, ਟੱਠੀ ਹੋਈ ਕੌਮ ਖਲੋ ਜਾਵੇ। ਇਹ ਕੌਮ ਦੇ ਥੰਮ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ ਗਿਆ ਪੰਜਾਬ ਦੇ ਵਿੱਚ, ਬੰਦਾ ਸਿੰਘ ਬਹਾਦਰ ਦੇ ਕੋਲ ਇੱਕੋ ਨਾਰਾ ਸੀ ਕਿ ਤੁਹਾਨੂੰ ਸਰਹੰਦ ਦੀ ਕੰਧ ਦੀਵਾਰ ਚੇਤੇ ਕਰਦੀ ਹੈ, ਆਵਾਜ਼ਾਂ ਮਾਰ ਰਹੀ ਹੈ। ਔਰ ਇਹ ਦੀਵਾਰ ਦਾ ਇਤਿਹਾਸ ਇੱਥੋਂ ਤੱਕ ਸੀਮਤ ਨਹੀਂ, ਇਹ ਬਟਾਲੇ ਤੋਂ ਸ਼ੁਰੂ ਹੋਇਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਨਿਆਰੇਪਨ ਦੀ ਗੱਲ ਕੀਤੀ, ਮੈਂ ਅਗਨੀ ਨੂੰ ਦੇਵਤਾ ਨਹੀਂ ਮੰਨਦਾ, ਮੈਂ ਅਗਨੀ ਦਾ ਪੁਜਾਰੀ ਨਹੀਂ, ਮੈਂ ਹੋਰ ਕਿਸੇ ਦਾ ਪੁਜਾਰੀ ਨਹੀਂ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਉਹਨੀ ਸੋਚਿਆ ਇਹਨੂੰ ਖਤਮ ਕਰੋ, ਕੰਨ ਥੱਲੇ ਧੱਕਾ ਦੇ ਕੇ ਦੱਬ ਕੇ ਖਤਮ ਕਰ ਦਿਓ। ਉਦੋਂ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ ਇੱਕ ਇਤਿਹਾਸ ਹੈ। ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ ਇੱਕ ਇਤਿਹਾਸ ਤੁਹਾਡੇ ਸਾਹਮਣੇ, ਖੂਨੀ ਇਤਿਹਾਸ। ਉਹ ਇਤਿਹਾਸ ਸਾਨੂੰ ਕੀ ਕਹਿੰਦਾ ਕਿ ਗੁਰਮਤਿ ਦੇ ਉੱਤੇ ਡਿੱਗਿਆ ਨਾ ਡੋਲਿਆ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦ੍ਰਿੜਤਾ ਦੇ ਨਾਲ ਗੁਰਮਤਿ ਉੱਤੇ ਪਹਿਰਾ ਦੇਣਾ, ਅਸੀਂ ਆਪਣੀ ਜ਼ਿੰਮੇਵਾਰੀ ਨੂੰ ਆਪ ਸੰਭਾਲਣਾ। ਜਿੱਥੇ ਅਸੀਂ ਦੂਜਿਆਂ ਨੂੰ ਸਵਾਰਨ ਦੀ ਗੱਲ ਕਰਨੀ ਹੈ, ਉੱਥੇ ਆਪਣੀ ਜ਼ਿੰਦਗੀ ਵਿੱਚ ਆਪਣਾ ਦਸਵੰਧ ਜਿਹੜਾ ਹੈ ਉਹਨੂੰ ਅਕਲ ਨਾਲ ਕੱਢੀਏ। ਜੋ ਗੁਰੂ ਨੇ ਸਾਨੂੰ ਹੁਕਮ ਕੀਤਾ ਕਿ ਜਿਸ ਕੀ ਬਾਤ ਇਸੇ ਆਗੇ ਰੱਖੇ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਦਸਵੰਧ ਕੱਢੋ, ਦਸਵੰਧ ਕੱਢਣ ਤੋਂ ਬਾਅਦ ਫਿਰ ਉਹਦੀ ਵਰਤੋਂ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ, ਇਹ ਹੋਰ ਗੱਲਾਂ ਸ਼ੈਤਾਨ। ਔਰ ਉਸ ਦਸਵੰਧ ਦੀ ਵਰਤੋਂ
ਮੈਂ ਬੇਨਤੀ ਕਰਦਾ ਹੁੰਦਾ ਸਾਂਝੇ ਤੌਰ ਦੇ ਉੱਤੇ ਦਸਵੰਧ ਲਿਟਰੇਚਰ ਵਾਸਤੇ ਨਿਯਤ ਕਰ ਦਿਓ। ਵੇਖੋ ਅਸੀਂ ਹੁਣ ਸਭਾ ਆ ਰਹੀ ਹੈ ਨਾ, ਸਭਾ ਦੇ ਵਿੱਚ 50 ਲੱਖ ਪਤਾ ਨਹੀਂ ਕਿੰਨੀ ਕੁ ਖਲਕਤ ਨੇ ਆਣਾ, ਸ਼ਰਧਾਲੂਆਂ ਨੇ ਆਣਾ ਹੈ। ਲੇਕਿਨ ਜਦੋਂ ਕੋਈ ਸਰਵੇ ਕਰਕੇ ਸਾਡੇ ਸਾਹਮਣੇ ਇਹ ਗੱਲ ਆਉਂਦਾ ਵੀ ਉੱਥੇ 94% ਗਏ ਲੋਕਾਂ ਨੂੰ ਪਤਾ ਨਹੀਂ ਅਸੀਂ ਕਾਹਦੇ ਵਾਸਤੇ ਆਏ ਹਾਂ, ਤੇ ਸਾਡੇ ਵਾਸਤੇ ਬੜੀ ਸ਼ਰਮਨਾਕ ਗੱਲ ਹੁੰਦੀ ਹੈ। ਉਹ ਪਤਾ ਕਿਵੇਂ ਲੱਗਣਾ ਹੈ? ਜਦੋਂ ਸਾਡੇ ਕੋਲ ਲਿਟਰੇਚਰ ਹੋਏਗਾ। ਜਿਹੜੇ ਬੱਚੇ ਨੌਜਵਾਨ ਇੱਥੇ ਆਣ, ਜਿਵੇਂ ਸ਼ਹਾਦਤ ਦੇ ਸੰਬੰਧ ਵਿੱਚ ਸਿੰਘ ਸਾਹਿਬ ਨੇ ਯਤਨ ਕਰਕੇ ਇਹ ਆਰੰਭਿਆ, ਉਹ ਕਾਰਜ ਆਰੰਭਿਆ, ਉਸ ਕਾਰਜ ਦੇ ਨੌਜਵਾਨਾਂ ਦੇ ਅੰਦਰ ਹੌਸਲਾ ਪੈਦਾ ਹੋਇਆ, ਧੀਰਜ ਪੈਦਾ ਹੋਇਆ, ਉਹਨਾਂ ਦੇ ਅੰਦਰ ਕਰੇਜ ਪੈਦਾ ਹੋਇਆ, ਉਹ ਇਸ ਪਾਸੇ ਤੁਰੇ। ਇਵੇਂ ਸਾਡੇ ਬੱਚੇ ਜਦੋਂ ਇੱਥੇ ਆਣ, ਨਤਮਸਤਕ ਹੋਣ, ਦੀਵਾਰ ਦੇ ਦਰਸ਼ਨ ਕਰਨ, ਗੁਰੂ ਕੇ ਦਰਸ਼ਨ ਕਰਨ, ਉਹਨਾਂ ਦੇ ਹੱਥ ਵਿੱਚ ਪੈਂਫਲੇਟ ਹੋਣ ਵੀ ਅੱਜ ਅਸੀਂ ਕਾਹਦੇ ਵਾਸਤੇ ਆਏ ਹਾਂ, ਇਹ ਕਿਹੜਾ ਜੋੜ ਮੇਲਾ ਹੈ। ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਵੇ, ਉਹਨਾਂ ਬੱਚਿਆਂ ਨੂੰ ਪਤਾ ਹੋਵੇ ਕਿ ਅੱਜ ਸ਼ਬੀਲ ਕਾਹਦੇ ਕਰਕੇ ਲੱਗੀ ਹੈ, ਅੱਜ ਲੰਗਰ ਕਿਉਂ ਵਰਤ ਰਹੇ ਹੈ, ਇਹ ਇੱਥੋਂ ਪਤਾ ਲੱਗਣਾ। ਤੇ ਫਿਰ ਧਰਮ ਪ੍ਰਚਾਰ ਵਾਸਤੇ, ਕਿਉਂਕਿ ਕੋਈ ਵੀ ਕੰਮ ਮਾਇਆ ਤੋਂ ਬਿਨਾਂ ਨਹੀਂ ਚੱਲ ਸਕਦਾ, ਉਹ ਯੋਗ ਤਰੀਕੇ ਨਾਲ ਆਪਣੇ ਆਪ ਨੂੰ ਭੇਟ ਕਰਨਾ, ਅਰਪਣ ਕਰਨਾ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਸੱਚਮੁੱਚ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਇਹ ਮੈਂ ਬੇਨਤੀ ਕਰਾਂ ਕਿ ਸਾਡੇ ਵਾਸਤੇ ਗੁਰੂ ਨੇ ਕਿਰਪਾ ਕੀਤੀ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਦੋਨੋਂ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾਉਣ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਭਾਣਾ ਮੰਨਿਆ। ਫਿਰ ਜਦੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਾ ਪਤਾ ਲੱਗਿਆ, ਕਿਵੇਂ ਭਾਣਾ ਮੰਨਿਆ ਔਰ ਕਿੰਨਾ ਮਾਣ ਕੀਤਾ। ਮੈਂ ਫਿਰ ਬਚਨ ਦੁਹਰਾ ਰਿਹਾ ਹਾਂ ਕਿ ਇਨ ਪੁੱਤਰਨ ਕੇ ਸੀਸ ਪੈ ਬਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕੇ ਹਜ਼ਾਰ। ਆ ਸਾਨੂੰ ਗੁਰੂ ਪੁੱਤਰ ਬਣਨ ਦਾ ਮਾਣ ਪ੍ਰਾਪਤ ਹੋਣਾ ਕਦੋਂ? ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹੀਏ, ਆਪਣੀ ਬਾਣੀ ਨੂੰ ਪੜ੍ਹੀਏ ਔਰ ਬਾਣੀ ਪੜ੍ਹ ਕੇ ਇਹਨੂੰ ਅੱਗੇ ਪੜ੍ਹਾਉਣ ਦਾ ਯਤਨ ਕਰੀਏ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਵੀ ਸਾਡੇ ਵਾਸਤੇ ਹੁਕਮ ਕੀਤਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਜੇ ਅਸੀਂ ਇੱਥੇ ਗੁਰੂ ਘਰਾਂ ਵਿੱਚ ਆਉਂਦੇ ਆ, ਤੇ ਗੁਰੂ ਘਰਾਂ ਵਿੱਚ ਆਉਣ ਦਾ ਭਾਵ ਹੁੰਦਾ ਹੈ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਇਹਦਾ ਭਾਵ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ, ਜਿਹੜਾ ਕਿ 1983 ਤੋਂ ਸੇਵਾ ਕਰ ਰਿਹਾ ਹੈ, ਜਿੱਥੋਂ ਅੱਜ ਗਿਆਨੀ ਪਿੰਦਰਪਾਲ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਅਮਰੀਕ ਸਿੰਘ ਚੰਡੀਗੜ੍ਹ, ਇਹ ਸਾਰੇ ਉੱਥੋਂ ਦੇ ਵਿਦਿਆਰਥੀ ਨੇ ਪੜ੍ਹ ਕੇ ਨਿਕਲੇ ਹੋਏ, ਅੱਜ ਕੌਮ ਦੀ ਸੇਵਾ ਕਰ ਰਹੇ। ਹੋਰ ਹਜ਼ਾਰਾਂ ਵਿਦਿਆਰਥੀ। ਅਸੀਂ ਕਾਲਜ ਦੇ ਵਿੱਚ ਹੁਣ ਬੱਚਿਆਂ ਨੂੰ +2 ਤੋਂ ਬਾਅਦ 3 ਸਾਲ ਦਾ ਕੋਰਸ ਉਹ ਇਸ ਕਰਕੇ ਕੀਤਾ ਤਾਂ ਕਿ ਬੱਚਿਆਂ ਨੂੰ ਨਾਲ ਦੀ ਨਾਲ ਗ੍ਰੈਜੂਏਸ਼ਨ ਕਰਵਾਈ ਜਾਏ। ਪੰਜਾਬੀ ਯੂਨੀਵਰਸਿਟੀ ਤੋਂ ਬੱਚੇ ਗ੍ਰੈਜੂਏਸ਼ਨ ਕਰਦੇ ਨੇ। ਇਹ ਸਾਰਾ ਕਾਰਜ ਆਪ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ। ਜਿਹੜੇ ਵੀ ਸੱਜਣ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੁਨੇਹਾ ਦੇਣ ਵਾਸਤੇ ਤੁਰੇ ਨੇ, ਉਹਨਾਂ ਦਾ ਸਹਿਯੋਗ ਦਿਓ। ਮੈਂ ਇਕੱਲੇ ਆਪਣੇ ਵਾਸਤੇ ਨਹੀਂ ਕਹਿੰਦਾ, ਸਮੁੱਚੇ ਤੌਰ ਤੇ ਬੇਨਤੀ ਕਰਦਾ, ਸਾਰਿਆਂ ਦਾ ਸਹਿਯੋਗ ਦਿਓ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਅਸੀਂ ਸਫਲ ਹੋ ਸਕੀਏ, ਗੁਰੂ ਕੇ ਰੋਸ਼ਨੀ ਨੂੰ ਅੱਗੇ ਵਧਾ ਸਕੀਏ ਤੇ ਆਉਣ ਵਾਲਾ ਭਵਿੱਖ ਉਜਲਾ ਕਰ ਸਕੀਏ। ਗੁਰੂ ਨਾਨਕ ਦੇ ਉਸ ਗੱਲ ਦੇ ਉੱਤੇ ਪਹਿਰਾ ਦੇ ਸਕੀਏ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਇੰਨਾ ਕੁਝ ਕਹਿੰਦਾ ਦਾਸ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸੰਗਤਾਂ ਦਾ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਦਾ ਔਰ ਇੱਥੋਂ ਦੇ ਸਟਾਫ ਦਾ ਤਹਿ ਦਿਲ ਤੋਂ ਧੰਨਵਾਦੀ ਹੈ, ਜਿਨ੍ਹਾਂ ਨੇ ਸਮਾਂ ਦਿੱਤਾ। ਸਮਾਂ ਦੇਣ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਦੇ ਆ, ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਕਿਰਪਾ ਕਰੇ ਕਿ ਅਸੀਂ ਸਤਿਗੁਰੂ ਦੇ ਸਿੱਖ ਬਣ ਸਕੀਏ, ਪੁੱਤਰ ਬਣ ਸਕੀਏ, ਤਾਂ ਕਿ ਆਉਣ ਵਾਲਾ ਸਾਡਾ ਭਵਿੱਖ ਜਿਹੜਾ ਹੈ ਉਹ ਉਜਲਾ ਹੋ ਸਕੇ। ਭੁੱਲਾਂ ਲਈ ਖਿਮਾ ਤੇ ਆਸ਼ੀਰਵਾਦ ਬਖਸ਼ੋ। ਫਤਿਹ ਦੀ ਸਾਂਝ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।